ਡੇਰਿਆਂ ਦੇ ਪਰਬ ਦੀ ਦੁਪਹਿਰ ਦੀ ਆਰਾਧਨਾ ਦਾ ਸਮਾਂ ਆ ਗਿਆ ਹੈ। ਡੇਰਿਆਂ ਦੇ ਪਰਬ ਵਿੱਚ ਦੋ ਮਹੱਤਵਪੂਰਨ ਵਾਕਾਂਸ਼ ਹਨ: ਪਵਿੱਤਰ ਆਤਮਾ ਦੀ ਆਸ਼ੀਸ਼ ਅਤੇ ਪ੍ਰਚਾਰ ਦਾ ਫਲ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਡੇਰਿਆਂ ਦੇ ਇਸ ਪਰਬ ਦੁਆਰਾ ਪਿਤਾ ਅਤੇ ਮਾਤਾ ਖੁਸ਼ਖਬਰੀ ਦੇ ਦਰਵਾਜ਼ੇ ਖੋਲ੍ਹਣਗੇ ਅਤੇ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਸਾਰੇ ਚਰਚਾਂ, ਸਾਰੇ ਪਰਿਵਾਰਾਂ ਅਤੇ ਤੁਹਾਡੇ ਵਿੱਚੋਂ ਹਰੇਕ ਨੂੰ ਦਿੱਤਾ ਜਾਵੇਗਾ। ਜਦੋਂ ਅਸੀਂ ਆਪਣੀ ਤਾਕਤ ਨਾਲ ਖੁਸ਼ਖਬਰੀ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਕੁਝ ਅਸੰਭਵ ਅਤੇ ਔਖਾ ਲੱਗਦਾ ਹੈ। ਇਸ ਖੁਸ਼ਖਬਰੀ ਦਾ ਕੰਮ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਹੱਥ ਨਾਲ ਮਿੱਟੀ ਪੁੱਟਦਾ ਹੈ ਤਾਂ ਇਹ ਕਿੰਨਾ ਹੌਲੀ ਅਤੇ ਮੁਸ਼ਕਿਲ ਹੋਵੇਗਾ। ਹਾਲਾਂਕਿ ਜੇ ਇੱਕ ਬੇਲਚਾ ਵਰਤਿਆ ਜਾਵੇ ਤਾਂ ਇਹ ਬਹੁਤ ਸੌਖਾ ਹੋਵੇਗਾ। ਕੀ ਹੋਵੇਗਾ ਜੇ ਖੁਦਾਈ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ? ਕੀ ਇਹ ਬਹੁਤ ਸੌਖਾ ਨਹੀਂ ਹੋਵੇਗਾ? ਆਪਣੇ ਹੱਥਾਂ ਨਾਲ ਪੱਟਣ ਦੀ ਬਜਾਏ ਬੇਲਚੇ ਵਰਗੇ ਸੰਦਾਂ ਦੀ ਵਰਤੋਂ ਕਰਨਾ ਬਹੁਤ ਵਧੀਆ ਹੋਵੇਗਾ। ਇਸ ਤੋਂ ਇਲਾਵਾ ਜੇਕਰ ਪੱਟਣ ਵਾਲੀ ਮਸ਼ੀਨ ਵੀ ਆ ਜਾਵੇ ਤਾਂ ਕੰਮ ਬਹੁਤ ਸੌਖਾ ਹੋ ਜਾਵੇਗਾ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਸਿਰਫ ਆਪਣੇ ਹੱਥਾਂ ਨਾਲ ਖੁਸ਼ਖਬਰੀ ਦਾ ਕੰਮ ਕਰ ਰਹੇ ਹਾਂ। ਅਸੀਂ ਸਿਰਫ ਹੱਥ ਨਾਲ ਜ਼ਮੀਨ ਤੇ ਖੇਤੀ ਕਰ ਰਹੇ ਹਾਂ, ਪਰ ਪਰਮੇਸ਼ਵਰ ਖੁਦਾਈ ਕਰਨ ਵਾਲੀ ਮਸ਼ੀਨ ਨਾਲੋਂ ਵੀ ਜ਼ਿਆਦਾ ਤਾਕਤਵਰ ਚੀਜ਼ ਦੀ ਵਰਤੋਂ ਕਰ ਸਕਦੇ ਹਨ। ਅਜਿਹੀ ਚੀਜ਼ ਕਿਉਂ ਨਹੀਂ ਹੋਈ? ਸਾਨੂੰ ਬਹੁਤ ਪ੍ਰਾਰਥਨਾ ਕਰਨ ਦੀ ਲੋੜ ਹੈ। ਕੀ ਪਰਮੇਸ਼ਵਰ ਸਾਫ਼ ਤੌਰ ਤੇ ਨਹੀਂ ਕਹਿੰਦੇ ਹਨ ਕਿ ਜੇ ਅਸੀਂ ਮੰਗੀਏ ਤਾਂ ਸਾਨੂੰ ਦਿੱਤਾ ਜਾਵੇਗਾ? ਸਾਨੂੰ ਖੜਕਾਉਣਾ ਚਾਹੀਦਾ ਹੈ, ਲੱਭਣਾ ਅਤੇ ਮੰਗਣਾ ਚਾਹੀਦਾ ਹੈ। ਸਾਨੂੰ ਪਿਛਲੇ ਬਰਸਾਤ ਦੇ ਪਵਿੱਤਰ ਆਤਮਾ ਦੀ ਸ਼ਕਤੀ ਵੀ ਮੰਗਣੀ ਚਾਹੀਦੀ ਹੈ। ਸਾਡੇ ਵਿਸ਼ਵਾਸ ਨੂੰ ਵੇਖ ਕੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਕਹਿਣਗੇ, ਹੁਣ ਅਸੀਂ ਦਰਵਾਜ਼ਾ ਖੋਲ੍ਹ ਸਕਦੇ ਹਾਂ ਕਿਉਂਕਿ ਉਹ ਸੀਯੋਨ ਦੀਆਂ ਸੰਤਾਨਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨਗੇ। ਉਹਨਾਂ ਕੋਲ ਧੀਰਜ ਅਤੇ ਪਰਮੇਸ਼ਵਰ ਦਾ ਪਿਆਰ ਹੈ। ਉਹ ਪਿਆਰ ਅਤੇ ਸ਼ਰਧਾ ਨਾਲ ਪਰਿਵਾਰ ਦੇ ਹਰੇਕ ਮੈਂਬਰ ਦੀ ਦੇਖਭਾਲ ਕਰ ਸਕਦੇ ਹਨ। ਉਸ ਸਮੇਂ ਪਰਮੇਸ਼ਵਰ ਸਾਨੂੰ ਫਲ ਪ੍ਰਦਾਨ ਕਰਦੇ ਹਨ। ਕੀ ਪਰਮੇਸ਼ਵਰ ਸ਼ੁਰੂ ਤੋਂ ਅੰਤ ਨੂੰ ਨਹੀਂ ਦੇਖਦੇ? ਇਸ ਲਈ ਜੇ ਫਲ ਇਸ ਸੰਤਾਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਕੀ ਉਹ ਉਹਨਾਂ ਨੂੰ ਫਲ ਦੇਣਗੇ? ਉਹ ਉਡੀਕ ਕਰਨਗੇ। ਇਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਪਹਿਲੀ ਚੀਜ਼ ਜੋ ਸਾਨੂੰ ਤਿਆਰ ਕਰਨ ਦੀ ਲੋੜ ਹੈ ਉਹ ਹੈ ਪਰਮੇਸ਼ਵਰ ਉੱਤੇ ਸਾਡਾ ਵਿਸ਼ਵਾਸ। ਅੱਜ ਦਾ ਸਿਰਲੇਖ ਹੈ, ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ? ਭਰਾਵੋ ਅਤੇ ਭੈਣੋ, ਸਾਨੂੰ ਇਸ ਸਵਾਲ ਦਾ ਜਵਾਬ ਕਿਵੇਂ ਦੇਣਾ ਚਾਹੀਦਾ ਹੈ? ਜੇ ਪਰਮੇਸ਼ਵਰ ਪੁੱਛਦੇ ਹਨ, ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਵਿਸ਼ਵ ਮਿਸ਼ਨ ਨੂੰ ਪੂਰਾ ਕਰ ਸਕਦਾ ਹਾਂ, ਤਾਂ ਸਾਨੂੰ ਕੀ ਕਹਿਣਾ ਚਾਹੀਦਾ ਹੈ? ਸਾਨੂੰ ਸਿਰਫ ਆਮੀਨ ਨਹੀਂ ਕਹਿਣਾ ਚਾਹੀਦਾ, ਪਰ ਸਾਨੂੰ ਇਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰਮੇਸ਼ਵਰ ਧਰਤੀ ਨੂੰ ਕਿਵੇਂ ਮੰਨਦੇ ਹਨ? ਉਹ ਇਸ ਨੂੰ ਬਾਲਟੀ ਵਿੱਚ ਇੱਕ ਬੂੰਦ ਅਤੇ ਤੱਕੜੀ ਉੱਤੇ ਧੂੜ ਦੇ ਰੂਪ ਵਿੱਚ ਵੇਖਦੇ ਹਨ। ਫਿਰ ਸਾਡੇ ਵਿੱਚ ਕਿਸ ਦਾ ਦਿਲ ਹੋਣਾ ਚਾਹੀਦਾ ਹੈ? ਸਾਡੇ ਅੰਦਰ ਪਰਮੇਸ਼ਵਰ ਦਾ ਦਿਲ ਹੋਣਾ ਚਾਹੀਦਾ ਹੈ। ਜਿਵੇਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਂਦਾ ਹੈ, ਮੈਂਬਰਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਕੁਝ ਲੋਕ ਸੋਚਦੇ ਹਨ, ਅਸੀਂ ਉਹਨਾਂ ਦੀ ਦੇਖਭਾਲ ਕਿਵੇਂ ਕਰ ਸਕਦੇ ਹਾਂ? ਹਾਲਾਂਕਿ ਸਾਡੇ ਕੋਲ ਕੌਣ ਹਨ? ਕੀ ਸਾਡੇ ਕੋਲ ਅਜਿਹੇ ਪਰਮੇਸ਼ਵਰ ਨਹੀਂ ਹਨ ਜੋ ਧਰਤੀ ਨੂੰ ਬਾਲਟੀ ਵਿੱਚ ਇੱਕ ਬੂੰਦ ਦੇ ਰੂਪ ਵਿੱਚ ਵੇਖਦੇ ਹਨ? ਸਾਨੂੰ ਪਰਮੇਸ਼ਵਰ ਨੂੰ ਧਿਆਨ ਵਿੱਚ ਰੱਖ ਕੇ ਖੁਸ਼ਖਬਰੀ ਦਾ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇਹ ਸੋਚ ਕੇ ਕਿ ਅਸੀਂ ਆਪਣੀ ਕਾਬਲੀਅਤ ਨਾਲ ਸੰਸਾਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੇ ਹਾਂ। ਦੁਨੀਆ ਦੀ ਹਰ ਚੀਜ਼ ਦੀ ਨਿਗਰਾਨੀ ਕੌਣ ਕਰਦਾ ਹੈ? ਉਹ ਪਰਮੇਸ਼ਵਰ ਹਨ।
ਕਿਉਂਕਿ ਅਸੀਂ ਇਹ ਭੁੱਲ ਜਾਂਦੇ ਹਾਂ, ਇਸ ਲਈ ਅਸੀਂ ਇਹ ਸੋਚ ਕੇ ਬੋਝ ਬਣ ਜਾਂਦੇ ਹਾਂ ਕਿ ਮੇਰੇ ਕੋਲ ਘੱਟੋ-ਘੱਟ ਇਹ ਸ਼ਕਤੀ ਹੋਣੀ ਚਾਹੀਦੀ ਹੈ ਜਾਂ ਮੈਨੂੰ ਪੂਰੀ ਦੁਨੀਆ ਨੂੰ ਗਲੇ ਲਗਾਉਣ ਦੇ ਯੋਗ ਹੋਣਾ ਚਾਹੀਦਾ ਹੈ। ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਚਰਚ ਕਿੰਨਾ ਵੱਧਦਾ ਹੈ, ਇਹਨਾਂ ਸਾਰਿਆਂ ਦਾ ਪ੍ਰਬੰਧ ਕੌਣ ਕਰਦਾ ਹੈ। ਜਦੋਂ ਸਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਇਹ ਕਰ ਸਕਦਾ ਹਾਂ, ਤਾਂ ਸਾਨੂੰ ਵਿਸ਼ਵਾਸ ਨਾਲ ਜਵਾਬ ਦੇਣਾ ਚਾਹੀਦਾ ਹੈ, ਆਮੀਨ। ਅੱਜ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ? ਸਿਰਲੇਖ ਉਪਦੇਸ਼ ਨਾਲ ਆਓ ਅਸੀਂ ਮੱਤੀ ਦੀ ਕਿਤਾਬ ਅਧਿਆਇ 9 ਵਚਨ 27 ਦੇਖੀਏ। ਆਓ ਵਚਨ 27 ਵੇਖੀਏ। ਜਾਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਅਰ ਜਦੋਂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਹਦੇ ਕੋਲ ਆਏ ਅਤੇ ਯਿਸੂ ਨੇ ਉਹਨਾਂ ਨੂੰ ਕਿਹਾ, ਭਲਾ ਤੁਹਾਨੂੰ ਨਿਚਾ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ? ਯਿਸੂ ਨੇ ਪਹਿਲਾਂ ਉਹਨਾਂ ਤੋਂ ਇੱਕ ਸਵਾਲ ਪੁੱਛਿਆ, ਕੀ ਇਸ ਦਾ ਮਤਲਬ ਇਹ ਨਹੀਂ ਹੈ, ਵਿਸ਼ਵਾਸ ਤੋਂ ਬਿਨਾਂ ਮੇਰੇ ਤੋਂ ਕੁਝ ਵੀ ਆਸ ਨਾ ਰੱਖੋ? ਅਸੀਂ ਪਰਮੇਸ਼ਵਰ ਕੋਲ ਆਉਂਦੇ ਹਾਂ ਅਤੇ ਸਵੇਰ ਅਤੇ ਸ਼ਾਮ ਦੀ ਪ੍ਰਾਰਥਨਾ ਕਰਦੇ ਹਾਂ। ਸਾਨੂੰ ਪਰਮੇਸ਼ਵਰ ਬਾਰੇ ਸੋਚੇ ਬਿਨਾਂ ਆਦਤ ਅਨੁਸਾਰ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਕਿ ਇਹ ਪਰਮੇਸ਼ਵਰ ਦਾ ਇੱਕ ਨਿਯਮ ਹੈ। ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਹੇ ਪਰਮੇਸ਼ਵਰ, ਸੰਸਾਰ ਵਿੱਚ ਖੁਸ਼ਖਬਰੀ ਪ੍ਰਚਾਰ ਕਰਨ ਲਈ ਸਾਨੂੰ ਤੁਹਾਡੀ ਸ਼ਕਤੀ ਦੀ ਲੋੜ ਹੈ। ਕਿਰਪਾ ਕਰਕੇ ਸਾਨੂੰ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦੇ ਸਾਰੇ ਹਥਿਆਰ ਪਾਉਣ ਦਿਓ। ਪਵਿੱਤਰ ਆਤਮਾ ਦੀ ਕਿਰਪਾ ਵਿੱਚ ਸਾਡੀ ਅਗਵਾਈ ਕਰੋ। ਸਾਨੂੰ ਹੋਰ ਕਾਬਲੀਅਤਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਏ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਜੋ ਸਾਡੇ ਨਾਲ ਹੈ, ਸਾਨੂੰ ਜਿੱਤ ਵੱਲ ਲੈ ਜਾ ਰਹੇ ਹਨ ਅਤੇ ਸਾਨੂੰ ਉਸ ਮਾਰਗ ਵੱਲ ਲੈ ਜਾ ਰਹੇ ਹਨ ਜਿੱਥੇ ਅਸੀਂ ਖੁਸ਼ਖਬਰੀ ਦੇ ਇਸ ਕੰਮ ਨੂੰ ਪੂਰਾ ਕਰ ਸਕਦੇ ਹਾਂ। ਉਸ ਸਥਿਤੀ ਵਿੱਚ ਕੀ ਸਾਡੇ ਕੋਲ ਇੱਕ ਸ਼ਾਂਤ ਮਨ, ਇੱਕ ਖੁਸ਼ ਦਿਲ ਅਤੇ ਖੁਸ਼ੀ ਨਹੀਂ ਹੋਵੇਗੀ? ਭਾਵੇਂ ਅਸੀਂ ਸਲੀਬ ਦੇ ਰਸਤੇ ਤੇ ਚੱਲ ਰਹੇ ਹਾਂ, ਪਰ ਸਾਨੂੰ ਅੰਤ ਵਿੱਚ ਮਿਲਣ ਵਾਲੀ ਖੁਸ਼ੀ ਦੀ ਉਡੀਕ ਕਰਨੀ ਚਾਹੀਦੀ ਹੈ, ਇਹ ਵਿਸ਼ਵਾਸ ਕਰਦੇ ਹੋਏ ਕਿ ਜੇਕਰ ਅਸੀਂ ਇਸ ਪਲ ਨੂੰ ਸਹਿ ਲੈਂਦੇ ਹਾਂ ਤਾਂ ਸਵਰਗ ਸਾਡੇ ਸਾਹਮਣੇ ਹੋਵੇਗਾ। ਅਜਿਹੇ ਵਿਸ਼ਵਾਸ ਦੇ ਨਾਲ ਸਾਨੂੰ ਆਪਣੇ ਆਪ ਲਈ ਖੁਸ਼ਖਬਰੀ ਲਈ ਸਮਰਪਿਤ ਕਰਨਾ ਚਾਹੀਦਾ ਹੈ। ਜਾਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਅਰ ਜਦੋਂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਹਦੇ ਕੋਲ ਆਏ ਅਤੇ ਯਿਸੂ ਨੇ ਉਹਨਾਂ ਨੂੰ ਕਿਹਾ, ਭਲਾ ਤੁਹਾਨੂੰ ਨਿਚਾ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ? ਜਦੋਂ ਸਾਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ, ਮੈਂ ਹਵਾਈ ਜਹਾਜ਼ ਰਾਹੀਂ ਅਮਰੀਕਾ ਅਤੇ ਬ੍ਰਾਜ਼ੀਲ ਗਿਆ ਹਾਂ ਅਤੇ ਉਹ ਬਹੁਤ ਵੱਡੇ ਹਨ, ਮੈਂ ਕਦੋਂ ਸੰਸਾਰ ਦੀ ਖੁਸ਼ਖਬਰੀ ਪ੍ਰਚਾਰ ਕਰ ਸਕਾਂਗਾ? ਸਾਨੂੰ ਪਰਮੇਸ਼ਵਰ ਦੀਆਂ ਨਜ਼ਰਾਂ ਦੀ ਲੋੜ ਹੈ। ਸਿਰਫ ਜਦੋਂ ਸਾਡੇ ਕੋਲ ਪਰਮੇਸ਼ਵਰ ਦਾ ਦ੍ਰਿਸ਼ਟੀਕੋਣ ਹੋਵੇਗਾ ਜੋ ਇਸ ਸੰਸਾਰ ਨੂੰ ਬਾਲਟੀ ਵਿੱਚ ਇੱਕ ਬੂੰਦ ਦੇ ਰੂਪ ਵਿੱਚ ਵੇਖਦੇ ਹਨ, ਫਿਰ ਹੀ ਅਸੀਂ ਸੰਸਾਰ ਨੂੰ ਬਚਾ ਸਕਦੇ ਹਾਂ, ਹੈ ਨਾ? ਫਿਰ ਹੀ ਅਸੀਂ ਪਰਮੇਸ਼ਵਰ ਦੀ ਵਿਸ਼ਵਾਸਯੋਗ ਸੰਤਾਨ ਬਣ ਸਕਦੇ ਹਾਂ ਜੋ ਸੰਸਾਰ ਨੂੰ ਬਚਾਉਣ ਵਿੱਚ ਅਗਵਾਈ ਕਰਦੀ ਹੈ। ਲਗਭਗ 2000 ਸਾਲ ਪਹਿਲਾਂ ਯਿਸੂ ਨੇ ਦੋ ਅੰਨ੍ਹੇ ਮਨੁੱਖਾਂ ਨੂੰ ਪੁੱਛਿਆ, ਭਲਾ ਤੁਹਾਨੂੰ ਨਿਚਾ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ? ਉਹਨਾਂ ਉਹਨੂੰ ਆਖਿਆ, ਹਾਂ ਪ੍ਰਭ ਜੀ। ਦੂਜੇ ਸ਼ਬਦਾਂ ਵਿੱਚ ਦੋ ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, ਆਮੀਨ। ਆਓ ਵਚਨ 29 ਨੂੰ ਵੇਖੀਏ। ਤਦ ਉਹ ਉਹਨਾਂ ਦੀਆਂ ਅੱਖੀਆਂ ਨੂੰ ਛੋਹ ਕੇ ਬੋਲਿਆ। ਉਸਨੇ ਕੀ ਕਿਹਾ? ਉਸਨੇ ਪਹਿਲਾਂ ਪੁੱਛਿਆ, ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਅਤੇ ਫਿਰ ਕਿਹਾ, ਜਿਹੀ ਤੁਹਾਡੀ ਨਿਚਾ ਹੈ ਤੁਹਾਡੇ ਲਈ ਤਿਹਾ ਹੀ ਹੋਵੇ। ਵਚਨ 30। ਅਤੇ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਤਾਂ ਯਿਸੂ ਨੇ ਤਕੀਦ ਨਾਲ ਉਹਨਾਂ ਨੂੰ ਆਖਿਆ, ਖਬਰਦਾਰ ਕੋਈ ਨਾ ਜਾਣੇ। ਪਰ ਉਹਨਾਂ ਨੇ ਨਿਕਲ ਕੇ ਉਸ ਸਾਰੇ ਦੇਸ਼ ਵਿੱਚ ਉਹਦਾ ਜਸ ਖਿੰਡਾਇਆ। ਅੱਜ ਡੇਰਿਆਂ ਦਾ ਪਰਬ ਹੈ। ਇਹ ਉਹ ਦਿਨ ਹੈ ਜਦੋਂ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਬਾਰੇ ਇਹ ਸੋਚ ਕੇ ਬਹੁਤ ਜ਼ਿਆਦਾ ਚਿੰਤਾ ਨਾ ਕਰੋ, ਇਸ ਸੰਸਾਰ ਦਾ ਪ੍ਰਚਾਰ ਸਾਰੇ 8 ਅਰਬ ਲੋਕਾਂ ਨੂੰ ਕਦੋਂ ਕੀਤਾ ਜਾਵੇਗਾ। ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਮੁਸ਼ਕਿਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਸਾਡੀ ਸਮਰੱਥਾ ਤੋਂ ਬਾਹਰ ਹੈ। ਖੁਸ਼ਖਬਰੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਚੰਗੀ ਅਗਵਾਈ ਕਰੀਏ।
ਅਸੀਂ ਵਿਸ਼ਵਾਸ ਕਰਦੇ ਹਾਂ ਕਿ ਖੁਸ਼ਖਬਰੀ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ ਕਿਉਂਕਿ ਪਰਮੇਸ਼ਵਰ ਸਾਡੇ ਨਾਲ ਹਨ, ਸਾਡੀ ਅਗਵਾਈ ਕਰ ਰਹੇ ਹਨ। ਇਹ ਕੰਮ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ, ਜੋ ਆਤਮਾ ਅਤੇ ਲਾੜੀ ਹਨ, ਦੁਆਰਾ ਕੀਤਾ ਜਾਂਦਾ ਹੈ। ਇਸ ਲਈ ਜਦੋਂ ਵੀ ਅਸੀਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ ਤਾਂ ਇੱਕ ਸਿਧਾਂਤ ਹੁੰਦਾ ਹੈ। ਇਹ ਕੀ ਹੈ? ਇਸ ਸੰਸਾਰ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਪਰਮੇਸ਼ਵਰ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਸਾਡੇ ਕੋਲ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ? ਸਾਰੇ ਸੰਸਾਰ ਨੂੰ ਬਚਾਉਣ ਲਈ ਸਾਨੂੰ ਇਸ ਸੰਸਾਰ ਨੂੰ ਬਾਲਟੀ ਵਿੱਚ ਇੱਕ ਬੂੰਦ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਸੋਚ ਸਕਦੇ ਹੋ, ਦੱਖਣੀ ਕੋਰੀਆ ਵਿੱਚ ਵੀ ਅਜਿਹੇ ਕਈ ਸ਼ਹਿਰ ਹਨ ਜਿੱਥੇ ਮੈਂ ਅਜੇ ਤੱਕ ਨਹੀਂ ਗਿਆ ਹਾਂ। ਇਹਨਾਂ ਸਾਰੀਆਂ ਥਾਵਾਂ ਤੇ ਖੁਸ਼ਖਬਰੀ ਕਦੋਂ ਪਹੁੰਚੇਗੀ? ਹਾਲਾਂਕਿ ਸਾਡਾ ਚਰਚ ਪਹਿਲਾਂ ਹੀ ਉੱਥੇ ਸਥਾਪਿਤ ਹੈ। ਤੁਸੀਂ ਉਹਨਾਂ ਥਾਵਾਂ ਤੇ ਨਹੀਂ ਗਏ ਹੋ। ਫਿਰ ਸਾਰਾ ਕੰਮ ਕਿਸਨੇ ਕੀਤਾ ਹੈ? ਕੀ ਸਾਡਾ ਸੀਓਨ ਅਲਾਸਕਾ ਵਿੱਚ ਹੈ ਜਾਂ ਨਹੀਂ? ਕੀ ਤੁਹਾਡੇ ਵਿੱਚੋਂ ਕੋਈ ਅਰਜਨਟੀਨਾ ਦੇ ਸਭ ਤੋਂ ਦੱਖਣੀ ਸਿਰੇ ਤੇ ਸਥਿਤ ਸ਼ਹਿਰ ਉਸ਼ੋਇਆ ਗਿਆ ਹੈ? ਬਹੁਤ ਸਾਰੇ ਲੋਕ ਉੱਥੇ ਨਹੀਂ ਹਨ। ਸਾਡਾ ਸੀਓਨ ਉਹਨਾਂ ਥਾਵਾਂ ਤੇ ਵੀ ਸਥਾਪਿਤ ਹੈ ਜਿੱਥੇ ਅਸੀਂ ਨਹੀਂ ਗਏ ਹਾਂ। ਉਹਨਾਂ ਨੂੰ ਕਿਸਨੇ ਸਥਾਪਿਤ ਕੀਤਾ ਹੈ? ਇਸ ਲਈ ਇਹ ਖੁਸ਼ਖਬਰੀ ਸਾਡੇ ਯਤਨਾਂ ਦੁਆਰਾ ਪ੍ਰਾਪਤ ਨਹੀਂ ਹੁੰਦੀ ਹੈ। ਪਰਮੇਸ਼ਵਰ ਨੇ ਇਸ ਨੂੰ ਪਹਿਲਾਂ ਹੀ ਪੂਰਾ ਕੀਤਾ ਹੈ ਅਤੇ ਸਾਨੂੰ ਮੌਕਾ ਦਿੱਤਾ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਪਿਤਾ ਆਪਣੇ ਬੱਚੇ ਲਈ ਨਾਸ਼ਤੇ ਦਾ ਇੱਕ ਸੁੰਦਰ ਤੋਹਫਾ ਸੈੱਟ ਲੈ ਕੇ ਕੰਮ ਤੋਂ ਘਰ ਆਇਆ। ਪਿਤਾ ਨੇ ਆਪਣੇ ਬੱਚੇ ਨੂੰ ਪੁੱਛਿਆ, ਤੁਹਾਡੇ ਕੁਕੀਜ਼ ਸਵਾਦ ਲੱਗ ਰਹੇ ਹਨ। ਕੀ ਮੈਂ ਵੀ ਇੱਕ ਲੈ ਸਕਦਾ ਹਾਂ? ਪਰ ਬੱਚੇ ਨੇ ਕਿਹਾ, ਨਹੀਂ। ਕੀ ਇਹ ਦੁਖਦਾਈ ਨਹੀਂ ਹੋਵੇਗਾ? ਦੂਜੇ ਪਾਸੇ ਜੇ ਬੱਚੇ ਨੇ ਕਿਹਾ, ਪਿਤਾ ਜੀ, ਤੁਸੀਂ ਇੱਥੇ ਹੋ। ਤੁਸੀਂ ਸਾਡੇ ਲਈ ਬਹੁਤ ਮਿਹਨਤ ਕੀਤੀ ਅਤੇ ਮੈਨੂੰ ਇੰਨਾ ਵੱਡਾ ਤੋਹਫਾ ਵੀ ਦਿੱਤਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ 10 ਲੈ ਸਕਦੇ ਹੋ, ਤਾਂ ਪਿਤਾ ਨੂੰ ਕਿਵੇਂ ਲੱਗੇਗਾ? ਉਹ ਬਹੁਤ ਖੁਸ਼ ਹੋਣਗੇ। ਸਾਨੂੰ ਅਜਿਹੇ ਨਜ਼ਰੀਏ ਨਾਲ ਖੁਸ਼ਖਬਰੀ ਦੇ ਕੰਮ ਬਾਰੇ ਸੋਚਣ ਦੀ ਲੋੜ ਹੈ। ਪਰਮੇਸ਼ਵਰ ਇਸ ਧਰਤੀ ਨੂੰ ਬਾਲਟੀ ਵਿੱਚ ਪਾਣੀ ਦੀ ਇੱਕ ਬੂੰਦ ਦੇ ਰੂਪ ਵਿੱਚ ਵੇਖਦੇ ਹਨ। ਪਰਮੇਸ਼ਵਰ ਇਸ ਨੂੰ ਕੁਝ ਵੀ ਨਹੀਂ ਸਮਝਦੇ ਹਨ, ਪਰ ਜੇ ਅਸੀਂ ਇਸ ਨੂੰ ਕੁਝ ਗੁੰਝਲਦਾਰ ਸਮਝਦੇ ਹਾਂ ਤਾਂ ਪਰਮੇਸ਼ਵਰ ਦਾ ਨਜ਼ਰੀਆ ਸਾਡੇ ਤੋਂ ਕਿੰਨਾ ਵੱਖਰਾ ਹੈ। ਇਸ ਸਥਿਤੀ ਵਿੱਚ ਸਾਡਾ ਵਿਸ਼ਵਾਸ ਪਰਮੇਸ਼ਵਰ ਨਾਲ ਮੇਲ ਨਹੀਂ ਖਾ ਸਕਦਾ। ਅਸੀਂ ਉਸ ਰਸਤੇ ਤੇ ਚੱਲ ਰਹੇ ਹਾਂ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਖੋਲ੍ਹਿਆ ਅਤੇ ਬਣਾਇਆ ਹੈ। ਕੀ ਅਸਲ ਵਿੱਚ ਲਾਲ ਸਮੁੰਦਰ ਵਿੱਚੋਂ ਹੋ ਕੇ ਕੋਈ ਰਸਤਾ ਸੀ? ਕੀ ਸਮੁੰਦਰ ਦੇ ਉੱਤੇ ਕੋਈ ਰਸਤਾ ਹੁੰਦਾ ਹੈ? ਕੋਈ ਰਸਤਾ ਨਹੀਂ ਹੁੰਦਾ। ਹਾਲਾਂਕਿ ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਬਚਾਉਣ ਅਤੇ ਮਿਸਰੀ ਫੌਜ ਨੂੰ ਸਮੁੰਦਰ ਵਿੱਚ ਦਫਨਾਉਣ ਦਾ ਰਸਤਾ ਤਿਆਰ ਕੀਤਾ ਹੈ ਨਾ? ਇਹ ਨਾ ਤਾਂ ਮੂਸਾ ਸੀ ਅਤੇ ਨਾ ਹੀ ਇਸਰਾਏਲੀਆਂ ਨੇ ਕੀਤਾ ਸੀ। ਬਾਲਟੀਆਂ ਨਾਲ ਪਾਣੀ ਕੱਢ ਕੇ ਇਹ ਰਸਤਾ ਨਹੀਂ ਬਣਾਇਆ ਗਿਆ ਸੀ। ਇਸ ਲਈ ਸਾਨੂੰ ਸਰਬਸ਼ਕਤੀਮਾਨ ਪਿਤਾ ਪਰਮੇਸ਼ਵਰ ਅਤੇ ਸਰਬਸ਼ਕਤੀਮਾਨ ਮਾਤਾ ਪਰਮੇਸ਼ਵਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਉਹ ਸਾਨੂੰ ਪੁੱਛਦੇ ਹਨ, ਕੀ ਤੁਹਾਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਕਰ ਸਕਦੇ ਹਾਂ? ਸਾਰੇ ਲੋਕ ਕਹਿਣਗੇ, ਆਮੀਨ। ਹਾਲਾਂਕਿ ਅਜਿਹੇ ਲੋਕ ਹਨ ਜੋ 10% ਵਿਸ਼ਵਾਸ ਨਾਲ, 20% ਵਿਸ਼ਵਾਸ ਨਾਲ, 50% ਵਿਸ਼ਵਾਸ ਨਾਲ ਅਤੇ 100% ਵਿਸ਼ਵਾਸ ਨਾਲ ਕਹਿੰਦੇ ਹਨ, ਆਮੀਨ। ਇਸ ਸਮੇਂ ਦੌਰਾਨ ਕੀ ਅਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਜਦੋਂ ਪਰਮੇਸ਼ਵਰ ਕਹਿੰਦੇ ਹਨ, ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਨਾਲ ਕੀਤਾ ਜਾਵੇਗਾ, ਤਾਂ ਜੇਕਰ ਅਸੀਂ 100% ਵਿਸ਼ਵਾਸ ਨਾਲ ਜਵਾਬ ਦੇਈਏ ਤਾਂ ਅਦਭੁਤ ਕੰਮ ਵਾਪਰਨਗੇ। ਜਦੋਂ ਯਿਸੂ ਨੇ ਪੁੱਛਿਆ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਇਹ ਕਰ ਸਕਦਾ ਹਾਂ? 2 ਅੰਨ੍ਹੇ ਆਦਮੀਆਂ ਨੇ ਕਿਹਾ, ਹਾਂ ਪ੍ਰਭੂ, ਸਾਨੂੰ ਪੂਰਾ ਵਿਸ਼ਵਾਸ ਹੈ। ਜਦੋਂ ਉਹਨਾਂ ਨੇ ਕਿਹਾ, ਤੁਹਾਡੀ ਵਿਸ਼ਵਾਸ ਦੇ ਅਨੁਸਾਰ ਤੁਹਾਡੇ ਨਾਲ ਕੀਤਾ ਜਾਵੇਗਾ, ਤਾਂ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਇਹ ਸੱਚਮੁੱਚ ਇੱਕ ਅਦਭੁਤ ਘਟਨਾ ਸੀ ਜੋ ਵਿਗਿਆਨਕ ਤੌਰ ਤੇ ਅਸੰਭਵ ਹੈ। ਜਦੋਂ ਇਹ ਇੱਕ ਹਕੀਕਤ ਬਣ ਗਈ ਤਾਂ ਦੋਵੇਂ ਅੰਨ੍ਹੇ ਆਨੰਦ ਨਾਲ ਭਰ ਗਏ। ਭਾਵੇਂ ਯਿਸੂ ਨੇ ਕਿਹਾ ਸੀ, ਕਿਸੇ ਨੂੰ ਇਹ ਨਾ ਕਹੋ ਕਿ ਮੈਂ ਇਹ ਕੀਤਾ ਹੈ, ਫਿਰ ਵੀ ਉਹ ਇਸ ਬਾਰੇ ਬੋਲਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਹ ਲੋਕਾਂ ਨੂੰ ਕਹਿੰਦੇ ਹੋਏ ਪਿੰਡ ਦੇ ਚਾਰੋਂ ਪਾਸੇ ਗਏ, ਸਾਰੇ ਲੋਕੋ, ਬਾਹਰ ਆਓ ਅਤੇ ਮੈਨੂੰ ਦੇਖੋ। ਮੈਂ ਕਿੰਨਾ ਚਿਰ ਅੰਨ੍ਹਾ ਹਾਂ। ਹਾਲਾਂਕਿ ਨਾਸਰਤ ਦੇ ਯਿਸੂ ਨੇ ਸਿਰਫ ਇੱਕ ਸ਼ਬਦ ਨਾਲ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ।
그것도 말씀 한마디로 말이에요. ਕੀ ਇਸ ਤਰ੍ਹਾਂ ਨਹੀਂ ਹੈ ਕਿ ਯਿਸੂ ਬਾਰੇ ਖਬਰ ਵਿਆਪਕ ਤੌਰ ਤੇ ਫੈਲਾਈ ਗਈ ਸੀ? 널리 널리 전파됐던 거 아니겠습니까? 우리 ਉਹ ਕੰਮ 하나님이 ਜਿਸ ਨੂੰ ਪਰਮੇਸ਼ਵਰ ਪੂਰਾ ਕਰਨਾ ਚਾਹੁੰਦੇ ਹਨ ਮਨੁੱਖੀ ਵਿਚਾਰਾਂ ਨਾਲੋਂ ਵੱਖਰਾ ਹੈ। 다릅니다. ਰਸਤਾ, ਢੰਗ ਅਤੇ ਕੰਮ ਸਭ ਵੱਖ-ਵੱਖ ਹਨ। 역사도 ਇਸ ਲਈ ਜਦੋਂ ਪਿਤਾ ਅਤੇ ਮਾਤਾ ਜੀ ਸਾਨੂੰ ਪ੍ਰਚਾਰ ਕਰਨ ਦਾ ਹੁਕਮ ਦਿੰਦੇ ਹਨ ਤਾਂ ਸਾਨੂੰ ਸਿਰਫ ਲਗਨ ਨਾਲ ਪ੍ਰਚਾਰ ਕਰਨ ਦੀ ਲੋੜ ਹੁੰਦੀ ਹੈ। ਸਾਰੀਆਂ ਯੋਜਨਾਵਾਂ ਪਰਮੇਸ਼ਵਰ ਦੁਆਰਾ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ ਪਰਮੇਸ਼ਵਰ ਹਨ ਜੋ ਉਹਨਾਂ ਨੂੰ ਅੱਗੇ ਵਧਾਉਂਦੇ ਹਨ। ਸਾਨੂੰ ਸਿਰਫ ਪਿਤਾ ਦੇ ਕੋਲ ਰਹਿਣ ਦੀ ਲੋੜ ਹੈ। ਜੇ ਉਹ ਕਹਿੰਦੇ ਹਨ ਕਿ ਤੁਸੀਂ ਮੇਰੇ ਲਈ ਕੁਝ ਮੇਖਾ ਲਿਆ ਸਕਦੇ ਹੋ, 가져오련 ਫਿਰ ਸਾਡਾ ਕੰਮ ਉਹਨਾਂ ਲਈ ਉਹ ਕੰਮ ਪੂਰਾ ਕਰਨਾ ਹੈ। 심부름해서 가져다 드리면 되는 일입니다. 그 ਘਰ ਦੇ ਡਿਜ਼ਾਈਨ ਜਾਂ ਢਾਂਚੇ ਵਰਗੀਆਂ ਚੀਜ਼ਾਂ ਦੀ ਕਲਪਨਾ ਕਰਨਾ ਵੀ ਸਾਡੀ ਸਮਰੱਥਾ ਤੋਂ ਬਾਹਰ ਹੈ। 이런 것까지 우리는 상상할 수가 없습니다. ਇਹ ਸਭ ਕੁਝ ਕੌਣ ਕਰ ਰਿਹਾ ਹੈ? 다 하십니까? ਪਰਮੇਸ਼ਵਰ ਸਾਰੇ ਔਖੇ ਭਾਗਾਂ ਦੀ ਦੇਖਭਾਲ ਕਰਦੇ ਹਨ ਅਤੇ ਸਾਡੇ ਤੋਂ ਸਿਰਫ ਇੱਕ ਛੋਟੀ ਜਿਹੀ ਮਦਦ ਮੰਗਦੇ ਹਨ, ਜਿਵੇਂ ਕਿ ਕੀ ਤੁਸੀਂ ਮੇਰੇ ਲਈ ਕੁਝ ਮੇਖਾਂ ਲਿਆ ਸਕਦੇ ਹੋ? 가져오련 하는 이 ਇਹ ਕਹਿਣ ਦੀ ਬਜਾਏ, ਪਿਤਾ ਜੀ, ਮੈਂ ਇਹ ਨਹੀਂ ਕਰ ਸਕਦਾ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਹਾਂ। ਕੀ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ, ਪਿਤਾ ਜੀ ਅਤੇ ਮਾਤਾ ਜੀ, ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਸਿਰਫ ਨਾ ਮੇਖਾਂ, ਸਗੋਂ ਇੱਕ ਹਥੌੜਾ ਵੀ ਲਿਆਵਾਂਗਾ। ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਕਰਨਾ ਹੈ। ਕੀ ਸਾਡੇ ਕੋਲ ਅਜਿਹਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ? 자, 그래서 ਜਦੋਂ ਯਿਸੂ ਨੇ ਪਹਿਲੀ ਵਾਰ ਪੁੱਛਿਆ, ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ? 그 ਦੋ ਅੰਨੇ ਆਦਮੀਆਂ ਨੇ ਕਿਹਾ, ਹਾਂ ਪ੍ਰਭੂ। 우리도 ਜੇ ਉਹ ਅੱਜ ਸਾਨੂੰ ਪੁੱਛਦੇ ਹਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਇਹ ਕਰ ਸਕਦਾ ਹਾਂ, ਤਾਂ ਸਾਨੂੰ ਕਿਵੇਂ ਜਵਾਬ ਦੇਣਾ ਚਾਹੀਦਾ ਹੈ? 대답해야 되겠습니까? ਆਓ ਅਸੀਂ ਜਵਾਬ ਦੇਈਏ, ਆਮੀਨ। 마태복음 ਆਓ ਮੱਤੀ ਅਧਿਆਇ 28 ਵਚਨ 18 ਦੇਖੀਏ। ਅਧਿਆਇ 28 ਵਚਨ 18। ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। 그러므로 너희는 가서 모든 족속으로 모든 족속이 ਵਾਕਾਂਸ਼ ਸਾਰੀਆਂ ਕੌਮਾਂ ਕਿਸੇ ਵੀ ਦੇਸ਼ ਨੂੰ ਅਲੱਗ ਨਹੀਂ ਕਰਦਾ ਹੈ। 해당되지 않는 ਇਸ ਦਾ 사람이 ਮਤਲਬ ਹੈ ਕਿ ਸੰਸਾਰ ਵਿੱਚ ਹਰ ਕੋਈ ਸ਼ਾਮਿਲ ਹੈ। 사람이 ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 성령의 이름으로 세례 즉 침례를 주고 ਔਰ ਉਹਨਾਂ ਨੂੰ ਸਿਖਾਓ ਪਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। 항상 함께 있으리라 하시니라고 했습니다. ਜਦੋਂ ਅਸੀਂ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਤਾਂ ਸਕਾਰਾਤਮਕ ਨਤੀਜੇ ਅਤੇ ਨਕਾਰਾਤਮਕ ਨਤੀਜੇ ਹੋ ਸਕਦੇ ਹਨ। 결과도 있을 수 있습니다. ਉਸ ਦਿਨ ਸਾਨੂੰ ਜੋ ਕੁਝ ਦਿੱਤਾ ਜਾਂਦਾ ਹੈ ਉਸ ਲਈ ਸਾਨੂੰ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ। 감사하고 돌아오시면 되겠습니다. ਇਹ ਸੋਚ ਕੇ ਨਿਰਾਸ਼ ਨਾ ਹੋਵੋ, ਕਿਸੇ ਨੇ 10 ਫਲ ਪੈਦਾ ਕੀਤੇ ਹਨ ਪਰ ਮੈਂ ਇੱਕ ਵੀ ਫਲ ਪੈਦਾ ਨਹੀਂ ਕਰ ਸਕਿਆ, ਕਿਉਂਕਿ ਪਰਮੇਸ਼ਵਰ ਨੇ ਕਿਹਾ ਹੈ, ਜਾਓ ਅਤੇ ਪ੍ਰਚਾਰ ਕਰੋ। 우리는 ਇਸ ਲਈ ਅਸੀਂ ਪਿਤਾ ਅਤੇ ਮਾਤਾ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਾਂ। 아니 듣든지 ਵੇਲੇ ਅਤੇ ਕੁਵੇਲੇ ਅਤੇ ਭਾਵੇਂ ਉਹ ਸੁਣਨ ਜਾਂ ਨਾ ਸੁਣਨ ਪ੍ਰਚਾਰ ਕਰਦੇ ਹਾਂ। 그들이 용납하든 용납하지 않든 ਬਾਈਬਲ ਸਾਨੂੰ ਦੱਸਦੀ ਹੈ ਕਿ ਸਵੀਕਾਰ ਕਰਨਾ ਜਾਂ ਅਸਵੀਕਾਰ ਕਰਨਾ ਉਹਨਾਂ ਉੱਤੇ ਨਿਰਭਰ ਹੈ। ਸਾਨੂੰ ਇਸ ਨੂੰ ਬਾਲਟੀ ਵਿੱਚ ਪਾਣੀ ਦੀ ਇੱਕ ਬੂੰਦ ਜਾਂ ਤੱਕੜੀ ਉੱਤੇ ਧੂੜ ਦੇ ਇੱਕ ਛੋਟੇ ਜਿਹੇ ਕਣ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। 이해하셔야 되겠습니다. ਜੇ ਅਸੀਂ ਇਸ ਉੱਤੇ ਜ਼ਿਆਦਾ ਵਿਚਾਰ ਕਰਦੇ ਹਾਂ ਤਾਂ ਅਸੀਂ ਡਰ ਜਾਵਾਂਗੇ ਅਤੇ ਕੁਝ ਵੀ ਪੂਰਾ ਕਰਨ ਵਿੱਚ ਅਸਮਰੱਥ ਹੋਵਾਂਗੇ। ਇਸ ਲਈ ਸਾਨੂੰ ਪਰਮੇਸ਼ਵਰ ਦੀਆਂ ਨਜ਼ਰਾਂ ਦੀ ਲੋੜ ਹੈ। 그리스도의 마음을 가지라고 했는데 ਬਾਈਬਲ ਸਾਨੂੰ ਮਸੀਹ ਵਰਗਾ ਸੁਭਾਅ ਰੱਖਣ ਦੀ ਸਿੱਖਿਆ ਦਿੰਦੀ ਹੈ। 그리스도의 눈을 가져야 되겠고 생각도 ਇਸ ਲਈ ਸਾਡੇ ਕੋਲ ਨਾ ਕੇਵਲ ਮਸੀਹ ਦੀ ਮਾਨਸਿਕਤਾ ਹੋਣੀ ਚਾਹੀਦੀ ਹੈ, ਸਗੋਂ ਉਹਨਾਂ ਦੀਆਂ ਨਜ਼ਰਾਂ ਅਤੇ ਵਿਚਾਰ ਵੀ ਹੋਣੇ ਚਾਹੀਦੇ ਹਨ। ਜਦੋਂ ਅਸੀਂ ਮੱਤੀ ਅਧਿਆਇ 28 ਪੜ੍ਹਦੇ ਹਾਂ ਤਾਂ ਯਿਸੂ ਨੇ ਕਿਹਾ, ਮੈਂ ਯੁੱਗ ਦੇ ਅੰਤ ਤੀਕ ਸਦਾ ਤੁਹਾਡੇ ਨਾਲ ਹਾਂ ਅਤੇ ਸਾਨੂੰ ਸਾਰੀਆਂ ਕੌਮਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਇਸ ਦਾ ਮਤਲਬ ਹੈ ਕਿ ਪਰਮੇਸ਼ਵਰ ਆਪ ਹੀ ਘਰ ਨੂੰ ਬਣਾਉਣਗੇ ਅਤੇ ਡਿਜ਼ਾਈਨ ਕਰਨਗੇ। 당신께서 다 하시겠다는 겁니다. ਡੇਰਿਆਂ ਦਾ ਇਹ ਪਰਬ ਤੰਬੂ ਦੇ ਨਿਰਮਾਣ ਦੀ ਯਾਦ ਦਿਵਾਉਂਦਾ ਹੈ। 했는데 ਸਾਰੇ ਲੋਕੋ, ਕਿਸਨੇ ਬਲੂਪ੍ਰਿੰਟ ਤਿਆਰ ਕੀਤਾ? 누가 설계했습니까, 여러분? ਕੀ ਮੂਸਾ ਨੇ ਅਜਿਹਾ ਨਹੀਂ ਕੀਤਾ? ਮੂਸਾ ਕਦੇ ਵੀ ਅਜਿਹੀ ਯੋਜਨਾ ਨਹੀਂ ਬਣਾ ਸਕਦਾ ਸੀ। ਕੀ ਇਸਰਾਏਲੀਆਂ ਨੇ ਅਜਿਹਾ ਕੀਤਾ? ਕੀ ਆਹਾਲਿਆਬ ਅਤੇ ਬਸਲੇਲ ਨੇ ਅਜਿਹਾ ਕੀਤਾ? ਨਹੀਂ, ਉਹਨਾਂ ਨੇ ਨਹੀਂ ਕੀਤਾ। ਪਰਮੇਸ਼ਵਰ ਨੇ ਸਾਰੀਆਂ ਯੋਜਨਾਵਾਂ ਤਿਆਰ ਕੀਤੀਆਂ। ਕੀ ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਆਉਣ ਵੇਲੇ ਸਮੱਗਰੀ ਬਾਰੇ ਹੁਕਮ ਨਹੀਂ ਦਿੱਤਾ ਸੀ? ਉਹਨਾਂ ਨੇ ਉਸ ਨੂੰ ਮਿਸਰੀਆਂ ਤੋਂ ਚੀਜ਼ਾਂ ਮੰਗਣ ਦਾ ਹੁਕਮ ਦਿੱਤਾ ਸੀ।
ਉਸ ਸਮੇਂ ਉਹਨਾਂ ਨੂੰ ਸਮਝ ਵਿੱਚ ਨਹੀਂ ਆਇਆ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਅਜਿਹਾ ਕਰਨ ਦਾ ਹੁਕਮ ਕਿਉਂ ਦਿੱਤਾ ਹੈ, ਪਰ ਅੰਤ ਵਿੱਚ ਉਹਨਾਂ ਸਮੱਗਰੀਆਂ ਦੀ ਵਰਤੋਂ ਤੰਬੂ ਬਣਾਉਣ ਲਈ ਕੀਤੀ ਗਈ ਸੀ, ਹੈ ਨਾ? 성전 짓는 데 사용하지 않습니까? ਸਾਨੂੰ ਪਰਮੇਸ਼ਵਰ ਦੇ ਪ੍ਰਬੰਧ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। 우리가 그런 믿음을 갖고 진행을 해야죠. ਸਾਨੂੰ ਆਪਣੀਆਂ ਕਾਬਲੀਅਤਾਂ ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਮੈਂ ਬੋਲਣ ਵਿੱਚ ਚੰਗਾ ਹਾਂ ਅਤੇ ਨਾ ਹੀ ਸਾਨੂੰ ਇਹ ਸੋਚ ਕੇ ਨਿਰਾਸ਼ ਹੋਣਾ ਚਾਹੀਦਾ ਹੈ ਮੈਂ ਬੋਲਣ ਵਿੱਚ ਚੰਗਾ ਨਹੀਂ ਹਾਂ। 내용에서 위축되어서도 안 되겠습니다. 모세가 ਕੀ ਪਰਮੇਸ਼ਵਰ ਖੁਸ਼ ਹੋਏ ਜਦੋਂ ਮੂਸਾ ਨੇ ਕਿਹਾ ਕਿ ਉਹ ਬੋਲਣ ਵਿੱਚ ਅਸਮਰਥ ਹੈ? ਮੁਕਤੀ ਦੇ ਕੰਮ ਦੀ ਅਗਵਾਈ ਕੌਣ ਕਰ ਰਹੇ ਹਨ? ਕੀ ਪਰਮੇਸ਼ਵਰ ਇਸ ਦੀ ਅਗਵਾਈ ਨਹੀਂ ਕਰ ਰਹੇ ਹਨ? 내가 너를 ਪਰਮੇਸ਼ਵਰ ਨੇ ਕਿਹਾ, ਮੈਂ ਤੈਨੂੰ ਚੁਣਿਆ ਹੈ। 언어가 ਉਹਨਾਂ ਦਾ ਮਤਲਬ ਸੀ, ਮੈਂ ਇਹ ਜਾਣੇ ਬਿਨਾਂ ਤੁਹਾਨੂੰ ਨਹੀਂ ਚੁਣਿਆ ਕਿ ਤੁਸੀਂ ਚੰਗੀ ਤਰ੍ਹਾਂ ਬੋਲਣ ਵਿੱਚ ਅਸਮਰਥ ਹੋ। 모세를 위해서 ਹਾਰੂਨ, ਜੋ ਕਿ ਬੋਲਣ ਵਾਲਾ ਸੀ, ਉਸ ਲਈ ਉੱਥੇ ਸੀ। 세우셨습니다. ਪਰਮੇਸ਼ਵਰ ਦਾ ਕੰਮ ਕਰਨ ਵਿੱਚ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਹੁੰਦੇ ਹਾਂ ਤਾਂ ਸਾਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ। ਕੀ ਪਰਮੇਸ਼ਵਰ ਸਭ ਕੁਝ ਦੀ ਯੋਜਨਾ ਨਹੀਂ ਬਣਾਉਂਦੇ, ਸਾਰੇ ਕੰਮ ਨਹੀਂ ਕਰਦੇ ਅਤੇ ਕੀ ਸਾਨੂੰ ਬੁੱਧੀ ਅਤੇ ਤਾਕਤ ਪ੍ਰਦਾਨ ਨਹੀਂ ਕਰਦੇ ਹਨ? 힘도 주지 않습니까? ਇਸ ਲਈ ਕੀ ਇਹ ਲਿਖਿਆ ਹੈ, ਜੋ ਮੈਨੂੰ ਬਲ ਦਿੰਦਾ ਹੈ ਉਸ ਵਿੱਚ ਮੈਂ ਸਭ ਕੁਝ ਕਰ ਸਕਦਾ ਹਾਂ? 없다고 했습니까? ਇਹ ਲਿਖਿਆ ਹੋਇਆ ਹੈ, ਸਭ ਕੁਝ। ਉਸ ਦੇ ਅੰਦਰ ਸਭ ਕੁਝ ਸੰਭਵ ਹੈ। 하나님께서는 뭐든지 다 가능합니다. ਇਹ ਸਾਡੇ ਸਾਰਿਆਂ ਲਈ ਇੱਕੋ ਜਿਹਾ ਹੈ। 저도 마찬가지고요. ਮੈਨੂੰ ਯਾਦ ਹੈ ਜਦੋਂ ਮੈਨੂੰ UN ਵਿੱਚ ਭਾਸ਼ਣ ਦੇਣ ਲਈ ਕਿਹਾ ਗਿਆ ਤਾਂ ਮੈਂ ਸੋਚਿਆ ਮੈਨੂੰ ਇਹ ਕਿਵੇਂ ਕਰਨਾ ਚਾਹੀਦਾ ਹੈ। ਪਰ ਫਿਰ ਮੈਂ ਸੋਚਿਆ ਪਰਮੇਸ਼ਵਰ ਲਈ ਇਹ ਬਾਲਟੀ ਵਿੱਚ ਇੱਕ ਬੂੰਦਵਾਨ ਹੈ। ਮੈਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਸਹੀ ਕਰਨ ਦੀ ਲੋੜ ਹੈ। ਪੁੱਠਾ ਕੌਮਾ। ਇੱਕ ਵਾਰ ਜਦੋਂ ਮੈਂ ਆਪਣਾ ਮਨ ਬਣਾ ਲਿਆ ਤਾਂ ਇਹ ਕੁਝ ਵੀ ਨਹੀਂ ਸੀ। 모든 것이 다 하나님께서 ਪਰਮੇਸ਼ਵਰ ਨੇ ਸਭ ਕੁਝ ਸੁਚਾਰੂ ਢੰਗ ਨਾਲ ਚੱਲਣ ਦਾ ਰਾਹ ਖੋਲ੍ਹ ਦਿੱਤਾ। 그래서 ਮੈਂ ਮਹਿਸੂਸ ਕਰ ਸਕਦਾ ਸੀ ਕਿ ਇਹ ਸਾਰੀਆਂ ਹੈਰਾਨੀਜਨਕ ਚੀਜ਼ਾਂ ਜੋ ਸਾਡੇ ਸਾਹਮਣੇ ਰੱਖੀਆਂ ਗਈਆਂ ਹਨ, ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਕੁਝ ਵੀ ਨਹੀਂ ਹੈ। 하나님 안에서는 아무것도 ਮੈਂ ਹੋਰ ਵੀ ਸਪਸ਼ਟ ਤੌਰ ਤੇ ਸਮਝ ਗਿਆ ਕਿ ਵਿਸ਼ਵਾਸ ਨਾਲ ਅੱਗੇ ਵਧਣ ਨਾਲ ਸਾਰੇ ਮਾਮਲੇ ਮਾਮੂਲੀ ਲੱਗ ਸਕਦੇ ਹਨ। 여겨질 수 있겠구나 하는 생각이 더 이제 굳게 되었던 것이죠. ਆਓ ਅਸੀਂ ਮਰਕੁਸ ਅਧਿਆਇ 9 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ। 마가복음 ਮਰਕੁਸ ਦੀ ਇੰਜੀਲ ਅਧਿਆਇ 9 ਵਚਨ 23। ਯਿਸੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲੇ ਦੇ ਲਈ ਸਭੋ ਕੁਝ ਹੋ ਸਕਦਾ ਹੈ। 능치 못할 일이 없나니라고 했습니다. ਵਿਸ਼ਵਾਸ ਰੱਖਣ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ। ਕਿਰਪਾ ਕਰਕੇ ਇਹ ਕਹਿੰਦੇ ਹੋਏ ਲੋਕਾਂ ਦੇ ਸਾਹਮਣੇ ਆਤਮ ਵਿਸ਼ਵਾਸ ਨਾਲ ਗਵਾਹੀ ਦਿਓ। ਅਸੀਂ ਪਿਤਾ ਅਨਸਾਂਗ ਹੋਂਗ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਉੱਤੇ ਵਿਸ਼ਵਾਸ ਕਰਦੇ ਹਾਂ। ਪਿਤਾ ਅਨਸਾਂਗ ਹੋਂਗ ਅਤੇ ਸਵਰਗੀ ਮਾਤਾ ਉੱਤੇ ਵਿਸ਼ਵਾਸ ਕਰੋ ਅਤੇ ਮੁਕਤੀ ਵਿੱਚ ਸਾਡੇ ਨਾਲ ਸ਼ਾਮਿਲ ਹੋਵੋ। 자신 있게 증거를 해보십시오. ਕੁਝ ਸੋਚ ਸਕਦੇ ਹਨ ਕਿ ਅਜਿਹਾ ਕਰਨ ਨਾਲ ਖੁਸ਼ਖਬਰੀ ਪੂਰਾ ਨਹੀਂ ਹੋ ਸਕਦੀ, ਪਰ ਇਹ ਅਸਲ ਵਿੱਚ ਹੋ ਸਕਦਾ ਹੈ। ਪਰਮੇਸ਼ਵਰ ਨੇ ਬ੍ਰਹਿਮੰਡ ਵਿੱਚ ਸਾਰੀਆਂ ਪ੍ਰਣਾਲੀਆਂ ਨੂੰ ਇਸ ਤਰ੍ਹਾਂ ਬਣਾਇਆ ਹੈ ਅਤੇ ਉਹ ਸਾਨੂੰ ਇਹ ਪੁੱਛਦੇ ਹਨ। 그렇게 만들어 놓고 부탁하는데 ਮੰਨ ਲਓ ਕਿ ਬੱਚਿਆਂ ਨੇ ਸ਼ੱਕ ਦੇ ਨਾਲ ਕਿਹਾ, ਪਿਤਾ ਜੀ ਨੇ ਕਿਹਾ ਹੈ ਕਿ ਪਾਸਵਰਡ 1234 ਹੈ, ਪਰ ਇਹ ਸਹੀ ਨਹੀਂ ਲੱਗਦਾ। 아주 오묘하게 조합을 해서 ਪਾਸਵਰਡ ਇੱਕ ਗੁੰਝਲਦਾਰ ਸੁਮੇਲ ਵਿੱਚ ਬਣਾਏ ਗਏ ਹਨ ਤਾਂ ਜੋ ਦੂਸਰੇ ਉਹਨਾਂ ਦਾ ਆਸਾਨੀ ਨਾਲ ਅੰਦਾਜ਼ਾ ਨਾ ਲਗਾ ਸਕਣ। 1, 2, 3, 4는 이거 ਐਲੀਮੈਂਟਰੀ ਵਿਦਿਆਰਥੀ ਵੀ 1234 ਦਾ ਅਨੁਮਾਨ ਲਗਾ ਸਕਦੇ ਸੀ। 번호일까? 아닐 거야. ਇਹ ਪਾਸਵਰਡ ਨਹੀਂ ਹੋ ਸਕਦਾ। 한다라고 한다면 ਜੇ ਉਹ ਕੋਸ਼ਿਸ਼ ਨਹੀਂ ਕਰਦੇ ਹਨ ਤਾਂ ਉਹ ਦਰਵਾਜ਼ਾ ਬੰਦ ਰਹੇਗਾ। 내 생각 ਆਪਣੇ ਵਿਚਾਰਾਂ ਦਾ ਪਾਲਣਾ ਨਾ ਕਰੋ, ਪਰ ਪਰਮੇਸ਼ਵਰ ਦੇ ਵਚਨਾਂ ਦੀ ਪਾਲਣਾ ਕਰੋ। 그래서 ਇਸ ਕਰਕੇ ਮਰਕੁਸ ਅਧਿਆਇ 9 ਵਿੱਚ ਯਿਸੂ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲੇ ਦੇ ਲਈ ਸਭੋ ਕੁਝ ਹੋ ਸਕਦਾ ਹੈ। 할 수 있는 능을 너희에게 다 주었는데 ਉਹਨਾਂ ਦਾ ਮਤਲਬ ਸੀ, ਮੈਂ ਤੁਹਾਨੂੰ ਸਾਰੀਆਂ ਯੋਗਤਾਵਾਂ ਦਿੱਤੀਆਂ ਹਨ, ਪਰ ਤੁਹਾਡੇ ਅਵਿਸ਼ਵਾਸ ਕਾਰਨ ਤੁਸੀਂ ਇਸ ਨੂੰ ਸਹੀ ਢੰਗ ਨਾਲ ਕੰਮ ਕਰਨ ਤੋਂ ਰੋਕ ਰਹੇ ਹੋ। 만들 뿐이라고 했습니다. 여러분 하나님 ਸਾਰੇ ਲੋਕੋ, ਮੈਨੂੰ ਆਸ ਹੈ ਕਿ ਇਸ ਪਤਝੜ ਦੇ ਤਿਉਹਾਰ ਦੌਰਾਨ ਅਸੀਂ ਪੂਰੀ ਤਰ੍ਹਾਂ ਪਰਮੇਸ਼ਵਰ ਦੀ ਮਹਿਮਾ ਦਾ ਪ੍ਰਦਰਸ਼ਨ ਕਰਾਂਗੇ। ਪਰਮੇਸ਼ਵਰ ਨੇ ਕਿਹਾ, ਵਿਸ਼ਵਾਸ ਰੱਖਣ ਵਾਲੇ ਲਈ ਸਭ ਕੁਝ ਹੋ ਸਕਦਾ ਹੈ। 우리가 ਕੀ ਸਾਮਰੀਆ ਵਿੱਚ ਅਤੇ ਧਰਤੀ ਦੇ ਅੰਤ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸਾਡਾ ਮਿਸ਼ਨ ਨਹੀਂ ਹੈ? 각 나라 ਕੀ ਸਾਨੂੰ ਪਰਮੇਸ਼ਵਰ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਹਰ ਸ਼ਹਿਰ ਅਤੇ ਦੇਸ਼ ਵਿੱਚ ਖੁਸ਼ਖਬਰੀ ਨਹੀਂ ਫੈਲਾਉਣੀ ਚਾਹੀਦੀ? 하나님의 그 예언을 이룰 수 있는 우리가 돼야 안 되겠습니까? ਕੀ ਦੁਨੀਆ ਭਰ ਵਿੱਚ ਬਹੁਤ ਸਾਰੇ ਸੀਯੋਨ ਸਥਾਪਿਤ ਨਹੀਂ ਹੋਏ ਹਨ? 세워져 있지 않습니까? ਸੀਯੋਨ ਹੁਣ ਪੂਰੀ ਦੁਨੀਆ ਵਿੱਚ ਸਥਾਪਿਤ ਹੋ ਗਿਆ ਹੈ। 세워져 있는 가운데 있습니다.
ਬਾਕੀ ਰਹਿੰਦੇ ਖੇਤਰਾਂ ਵਿੱਚ ਜੇਕਰ ਹਰ ਇੱਕ ਚਰਚ ਸਥਾਪਿਤ ਕਰਦਾ ਹੈ ਜਾਂ ਆਪਣੀਆਂ ਸ਼ਾਖਾਵਾਂ ਖੋਲ੍ਹ ਲਵੇ ਤਾਂ ਪਰਮੇਸ਼ਵਰ ਬਾਕੀ ਸਭ ਵਿੱਚ ਮਦਦ ਕਰਨਗੇ। ਅੱਜ ਤੱਕ ਅਜਿਹਾ ਕੋਈ ਯੁੱਗ ਨਹੀਂ ਰਿਹਾ ਹੈ ਜਿਸ ਵਿੱਚ ਖੁਸ਼ਖਬਰੀ ਪਰਮੇਸ਼ਵਰ ਦੀ ਮਦਦ ਤੋਂ ਬਿਨਾਂ ਚੱਲੀ ਹੋਵੇ। ਡੇਰਿਆਂ ਦੇ ਪਰਬ ਦੇ ਇਸ ਯੁੱਗ ਵਿੱਚ ਪਰਮੇਸ਼ਵਰ ਜ਼ਰੂਰ ਸਾਡੀ ਮਦਦ ਕਰਨਗੇ। ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ। ਇਸ ਖੁਸ਼ਖਬਰੀ ਨੂੰ ਕੌਣ ਪੂਰਾ ਕਰ ਰਿਹਾ ਹੈ? ਇਹ ਪਰਮੇਸ਼ਵਰ ਹਨ। ਇਸ ਤਰ੍ਹਾਂ ਇਹ ਸੋਚਣਾ ਕਿ ਇਹ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ਇੱਕ ਬਹੁਤ ਹੀ ਗੁੰਮਰਾਹ ਵਿਸ਼ਵਾਸ ਹੈ। ਉਹ ਇਹ ਕੰਮ ਕਰ ਸਕਦੇ ਹਨ। ਮੈਂ ਆਸ ਕਰਦਾ ਕਿ ਅਸੀਂ ਵੀ ਪਰਮੇਸ਼ਵਰ ਦੀਆਂ ਨਜ਼ਰਾਂ ਰੱਖੀਏ ਅਤੇ ਸੰਸਾਰ ਨੂੰ ਬਚਾਉਣ ਲਈ ਹੋਰ ਵੀ ਸਖਤ ਕੋਸ਼ਿਸ਼ ਕਰੀਏ। ਇਸ ਦੇ ਲਈ ਸਾਨੂੰ ਪਰਮੇਸ਼ਵਰ ਤੋਂ ਤਾਕਤ ਮੰਗਣੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਕਿਹਾ, ਮੰਗੋ, ਪਾਲੋ ਅਤੇ ਖੜਕਾਓ। ਆਓ ਅਸੀਂ ਮੱਤੀ ਅਧਿਆਇ 7 ਵਚਨ 7 ਉੱਤੇ ਜਾਈਏ। ਇਹ ਉਹੀ ਸ਼ਬਦ ਹਨ ਜੋ ਯਿਸੂ ਨੇ 2000 ਸਾਲ ਪਹਿਲਾਂ ਕਹੇ ਸਨ। ਯਿਸੂ ਨੇ ਕਿਹਾ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹਦੇ ਲਈ ਖੋਲ੍ਹਿਆ ਜਾਵੇਗਾ। ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ, ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ? ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੇਰੇ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ। ਇੱਥੇ ਯਿਸੂ ਨੇ ਕਿਹਾ, ਕੀ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਮੰਗਣ ਤੇ ਚੰਗੀਆਂ ਚੀਜ਼ਾਂ ਨਹੀਂ ਦੇਣਗੇ? ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਨੂੰ ਜ਼ਰੂਰ ਇਹ ਚੀਜ਼ਾਂ ਦੇਣਗੇ? ਅੱਜ ਡੇਰਿਆਂ ਦਾ ਪਰਬ ਹੈ ਜਦੋਂ ਅਸੀਂ ਪਵਿੱਤਰ ਆਤਮਾ ਪ੍ਰਾਪਤ ਕਰਦੇ ਹਾਂ। ਇਹ ਫਲ ਪੈਦਾ ਕਰਨ ਦਾ ਵੀ ਸਮਾਂ ਹੈ। ਫਲ ਪੈਦਾ ਕਰਨ ਲਈ ਸਾਨੂੰ ਪਰਮੇਸ਼ਵਰ ਦੀ ਸ਼ਕਤੀ ਦੀ ਲੋੜ ਹੈ। ਰਸੂਲਾਂ ਵਾਂਗ ਜਿਨ੍ਹਾਂ ਨੇ ਪੰਤੇਕੁਸਤ ਤੇ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ, ਆਓ ਅਸੀਂ 3000 ਜਾਂ ਇਸ ਤੋਂ ਵੀ ਵੱਧ ਲੋਕਾਂ ਦੀ ਪਰਮੇਸ਼ਵਰ ਵੱਲ ਅਗਵਾਈ ਕਰੀਏ ਅਤੇ ਇੱਕ ਫਲਦਾਰ ਪਤਝੜ ਦਾ ਰੁੱਖ ਬਣੀਏ। ਮੈਨੂੰ ਆਸ ਹੈ ਕਿ ਅਸੀਂ ਚੰਗੇ ਫਲਾਂ ਦੁਆਰਾ ਪਿਤਾ ਅਤੇ ਮਾਤਾ ਨੂੰ ਬਹੁਤ ਖੁਸ਼ੀ ਪ੍ਰਦਾਨ ਕਰਾਂਗੇ। ਇਸ ਦੁਆਰਾ ਮੈਂ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।